ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਜੀ ਦੀਆਂ ਪ੍ਰੇਮ ਜਿੱਤਾਂ। ਸਭ ਲੋਕੀ ਜਾਣਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਜੰਗ ਨਹੀਂ ਕੀਤੀ, ਪਰ ਉਹਨਾਂ ਨੇ ਉਹ ਜਿੱਤਾਂ ਪਾਈਆਂ ਹਨ ਕਿ ਜਿਨ੍ਹਾਂ ਨਾਲ ਅਮਰ ਝੰਡੇ ਝੂਲ ਪਏ ਹਨ ਤੇ ਅਟਲ ਨਿਸ਼ਾਨ ਉਦੇ ਹੋ ਗਏ। ਉਹਨਾਂ ਦੀਆਂ ਜਿੱਤਾਂ ਪ੍ਰੇਮ ਦੀਆਂ ਜਿੱਤਾਂ ਹਨ ਅਤੇ ਅਕਸਰ ਜਿੱਤਾਂ ਵਿੱਚ ਇੱਕ ਅਨੋਖਾ ਰੰਗ ਹੈ ਕਿ ਅਗਲੇ ਨੂੰ ਦਿਸਦਾ ਤਾਂ ਹੈ ਕਿ ਆਪ ਨੇ ਹਾਰ ਮੰਨ ਲਈ ਹੈ, ਪਰ ਜਦ ਉਹ ਵਿਚਾਰਦਾ ਹੈ ਤਾਂ ਉਸਨੂੰ ਆਪਣੀ ਹਾਰ ਸਫੁੱਟ ਦੇਦੀ ਹੈ। ਜੀਕੂ ਮੱਕੇ ਦੇ ਕਿਬਲੇ ਵੱਲ ਪੈਰ ਕਰਕੇ ਸੁੱਤਿਆਂ ਨੂੰ ਤੱਕ ਕੇ, ਜਿਸ ਨੇ ਰੋਹ ਨਾਲ ਝਿੜਕਿਆ ਕਿ ਰੱਬ ਦੇ ਘਰ ਵੱਲ ਪੈਰ ਕਰਕੇ ਕਿਉਂ ਸੁੱਤਾ ਹੈ, ਉਸ ਨੂੰ ਇਹ ਕਹਿ ਕੇ ਕਿ ਅੱਛਾ ਭਾਈ, ਜਿਸ ਦਿਸ਼ਾ ਵੱਲ ਰੱਬ ਨਹੀਂ ਹੈ ਮੇਰੇ ਪੈਰ ਉਧਰ ਨੂੰ ਤੂੰ ਕਰ ਦੇ, ਜਾਪਦੀ ਹੈ ਕਿ ਆਪ ਨੇ ਹਾਰੇ ਦਾ ਨਿਆਂ ਮੰਨ ਲਿਆ ਹੈ। ਪਰ ਇਸ ਵਿੱਚ ਉਸ ਦੀ ਹਾਰ ਸੀ, ਕਿਉਂਕਿ ਕੋਈ ਪਾਸਾ ਐਸਾ ਨਹੀਂ ਜਿੱਧਰ ਰੱਬ ਨਹੀਂ ਹੈ। ਸੋ ਅੱਜ ਅਸੀਂ ਉਸ ਜੋਤ ਨਿਰੰਜਨੀ ਨੇ ਜੋ ਜਿੱਤਾਂ ਸੁਲਹ ਵਿੱਚ ਪਾਈਆਂ ਹਨ, ਉਹਨਾਂ ਦਾ ਕੁਝ ਦਰਸ਼ਨ ਕਰਨਾ ਹੈ। ਫਿਰ ਅਸੀਂ ਵਿਚਾਰਨਾ ਹੈ ਕਿ ਕੀ ਅਸੀਂ ਸਤਿਗੁਰੂ ਦੀਆਂ ਐਸੀਆਂ ਜਿੱਤਾਂ ਵਿੱਚ ਆ ਕੇ ਸਾਂਝੀਵਾਲ ਹੋਏ ਹਾਂ ਔਰ ਉਹਨਾਂ ਤੋਂ ਸਾਡੇ ਆਤਮਾ ਵਿੱਚ ਕੋਈ ਬਲ ਆਇਆ ਹੈ ਔਰ ਅਸੀਂ ਗੁਸਾਈ ਦਾ ਪਹਿਨਾਲੜਾ ਹੋ ਕੇ ਆਪਣੇ ਵਿੱਤ ਮੁਜਬ ਉਸ ਰਾਹ ਪੈ ਗਏ ਹਾਂ ਕਿ ਅਸੀਂ ਵੀ ਪਿੜ ਜਿੱਤਣ ਤੇ ਮਾਲੀਆਂ ਮਾਰਨ ਵਾਲੇ ਸਿੱਖ ਬਣ ਜਾਈਏ। ਸ੍ਰੀ ਗੁਰੂ ਜੀ ਵਾਹਿਗੁਰੂ ਵੱਲੋਂ ਗੁਰ ਅਵਤਾਰ ਹੋ ਕੇ ਸ੍ਰਿਸ਼ਟੀ ਨੂੰ ਤਾਰਨ ਆਏ ਸਨ। ਇਸ ਕਰਕੇ ਜਨਮ ਤੋਂ ਹੀ ਆਪ ਦੇ ਲੱਛਣ ਮਹਾਂਪੁਰਖਾਂ ਦੇ ਸਨ। ਸਤਿਗੁਰੂ ਦੇ ਜੀਵਨ ਬਾਬਤ ਪੁਰਾਣੀ ਤੋਂ ਪੁਰਾਣੀ ਸਾਖੀ ਜੋ ਹੁਣ ਤੱਕ ਲੱਭੀ ਹੈ, ਜੋ ਖਿਆਲ ਕੀਤਾ ਜਾਂਦਾ ਹੈ ਕਿ 6ਵੇਂ ਗੁਰਾਂ ਦੇ ਵੇਲੇ ਲਿਖੀ ਗਈ, ਜਿਸ ਦੀ ਇੱਕ ਜਿਲਦ ਵਲੈਤ ਹੈ ਤੇ ਕਈ ਜਿਲਦਾਂ ਦੇਸ਼ ਵਿੱਚ ਵੀ ਹਨ, ਉਸ ਵਿੱਚ ਲਿਖਿਆ ਹੈ, ਸ੍ਰੀ ਸਤਿਗੁਰੂ ਜੀ ਜਗਤ ਨਿਸਤਾਰਨ ਕੋ ਆਇਆ, ਕਲਯੁਗ ਵਿੱਚ ਬਾਬਾ ਨਾਨਕ ਹੋਏ ਜਨਮਿਆ, ਪਾਰ ਬ੍ਰਹਮ ਕਾ ਨਿਜ ਭਗਤ। ਫਿਰ ਲਿਖਿਆ ਹੈ, ਜਬ ਬਾਬਾ ਬਰਸਾ ਪੰਜਾਂ ਕਾ ਹੋਇਆ, ਤਾਂ ਲੱਗਾ ਬਾਤਾਂ ਅਗਮ ਨਿਗਮ ਕੀਆਂ ਕਰਨ, ਜੋ ਕਿਛ ਬਾਤ ਕਰੇ ਸੋ ਸਮਝ ਕਰੇ, ਤਿਸ ਤੇ ਸਬਸ ਕਿਸੇ ਦੀ ਨਿਸ਼ਾ ਹੋਏ ਆਵੇ। ਹਿੰਦੂ ਕਹਿਣ ਜੋ ਕੋਈ ਦੇਵਤਾ ਸਰੂਪ ਪੈਦਾ ਹੋਇਆ ਹੈ ਅਤੇ ਮੁਸਲਮਾਨ ਕਹਿਣ ਜੋ ਕੋਈ ਖੁਦਾਏ ਕਾ ਸਾਧਕ ਪੈਦਾ ਹੋਇਆ ਹੈ। ਇਸ ਜਨਮ ਸਾਖੀ ਤੋਂ ਪਹਿਲੀ ਰਚਨਾ ਭਾਈ ਗੁਰਦਾਸ ਜੀ ਦੀ ਹੈ। ਇਸ ਵੇਲੇ ਤੋੜੀ ਭਾਈ ਗੁਰਦਾਸ ਜੀ ਦੀਆਂ 2 ਪੋਥੀਆਂ ਦਾ ਸਾਨੂੰ ਪਤਾ ਹੈ, ਇੱਕ ਵਾਰਾਂ ਤੇ ਇੱਕ ਕਬਤ ਸਵਈਏ। ਵਾਰਾਂ ਵਿੱਚ ਆਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਖੇਪ ਚਰਿੱਤਰ ਲਿਖਿਆ ਹੈ। ਭਾਈ ਸਾਹਿਬ ਆਪਣੀ ਰਚਨਾ ਤੋਂ ਉਸ ਸਮੇਂ ਦੇ ਭਾਰੇ ਵਿਦਵਾਨ ਪੰਡਤ ਪ੍ਰਤੀਤ ਦਿੰਦੇ ਹਨ ਅਤੇ ਰਚਨਾ ਵਿੱਚੋਂ ਹੀ ਉਹਨਾਂ ਦੇ ਉੱਚੇ ਆਦਰਸ਼, ਉੱਚੇ ਆਚਰਨ ਤੇ ਆਤਮ ਪ੍ਰਾਪਤੀ ਦਾ ਪਤਾ ਸਾਫ਼ ਲੱਗਦਾ ਹੈ, ਜਿਨ੍ਹਾਂ ਤੋਂ ਉਹਨਾਂ ਦੀ ਉਗਾਹੀ ਬੜੀ ਸਤਿਕਾਰਯੋਗ ਹੈ ਤੇ ਇਸ ਵਕਤ ਤੱਕ ਲੱਭੇ ਹਾਲਾਤ ਤੋਂ ਸਨਾਤਨ ਹੈ। ਆਪ ਲਿਖਦੇ ਹਨ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮੇਂ ਪਠਾਇਆ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ 4 ਵਰਨ ਇੱਕ ਵਰਨ ਕਰਾਇਆ, ਰਾਣਾ ਰੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ, ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸੀਸ ਨਿਵਾਇਆ, ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਇਸ ਤੋਂ ਪ੍ਰਗਟ ਹੁੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਉਧਾਰ ਨਮਿਤ ਵਾਹਿਗੁਰੂ ਵੱਲੋਂ ਕੱਲੇ ਹੋਏ ਆਏ ਤੇ ਆ ਕੇ ਆਪਣੇ ਉਦੇਸ਼ ਦਾ ਪ੍ਰਚਾਰ ਕੀਤਾ। ਇਸ ਸਮੇਂ ਕਲ ਨਾਮੇ ਇੱਕ ਕਵੀ ਹੋਏ ਹਨ ਜੋ 5ਵੀਂ ਪਾਤਸ਼ਾਹੀ ਦੇ ਵੇਲੇ ਤਾਂ ਜ਼ਰੂਰ ਜਿਉਂਦੇ ਸਨ ਤੇ ਖਿਆਲ ਹੈ ਕਿ ਇਹ ਦੂਜੇ ਸਤਿਗੁਰਾਂ ਨੂੰ ਮਿਲੇ ਹਨ, ਕਿਉਂਕਿ ਦੂਸਰੀ ਪਾਤਸ਼ਾਹੀ ਨੂੰ ਆਪਣੀ ਰਚਨਾ ਵਿੱਚ ਸਨਮੁਖ ਸੰਬੋਧਨ ਕਰਦੇ ਹਨ ਤੇ ਉਹਨਾਂ ਦੀ ਦ੍ਰਿਸ਼ਟੀ ਤੋਂ ਅੰਮ੍ਰਿਤ ਵਸਨਾ ਆਦ ਪ੍ਰਤਪ ਅਵਲੋਕਨ ਦੇ ਹਾਲ ਕਥਨ ਕਰਦੇ ਹਨ। ਅਚਰਜ ਨਹੀਂ ਕਿ ਆਪ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਵੀ ਕੀਤੇ ਹੋਣ। ਭਰਤਰੀ ਜੋਗੀ ਦੇ ਸਤਿਗੁਰੂ ਨਾਲ ਰਹਿਣ ਤੇ ਮਹਾਦੇਵ ਬੈਰਾਗੀ ਦੇ ਗੁਰੂ ਜੀ ਦੇ ਗੁਣਾਨੁਵਾਦ ਕਰਨ ਦੀ ਸਾਖ ਭਰਦੇ ਹਨ। ਹਰ ਹਾਲ ਵਿੱਚ ਇਹ ਸੱਜਣ ਪੰਚਮ ਗੁਰੂ ਜੀ 2 ਸਮੇਂ ਤੋਂ ਮਗਰੋਂ ਨਹੀਂ ਹੋਏ। ਆਪ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਤ ਇਉਂ ਸਾਖ ਭਰਦੇ ਹਨ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ, ਰਾਜ ਯੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ, ਸ੍ਰਿਸ਼ਟ ਸਗਲ ਉਧਰੀ ਨਾਮ ਲੈ ਤਰਿਓ ਨਿਰੰਤਰ। ਕੱਲ ਜੀ ਨੇ ਇੱਥੋਂ ਤੱਕ ਪਤਾ ਦਿੱਤਾ ਹੈ ਕਿ ਆਪਣੇ ਸਮੇਂ ਹੀ ਗੁਰੂ ਨਾਨਕ ਦੇਵ ਜੀ ਅਵਤਾਰ ਮੰਨੇ ਗਏ ਸਨ। ਯਥਾ ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬਿਚਲ ਅਟਲ ਆਦ ਪੁਰਖ ਫੁਰਮਾਇਓ। ਇਹ ਉਸ ਸਮੇਂ ਦੇ ਉਗਾਹਾਂ ਦੀਆਂ ਸਾਖੀਆਂ ਹਨ ਜਿਨ੍ਹਾਂ ਤੋਂ ਗੁਰੂ ਜੀ ਦਾ ਵਾਹਿਗੁਰੂ ਵੱਲੋਂ ਭਗਤ ਅਵਤਾਰ ਗੁਰ ਅਵਤਾਰ ਹੋਣਾ ਸਿੱਧ ਹੁੰਦਾ ਹੈ
ਜਿਸ ਤੋਂ ਉਹਨਾਂ ਦਾ ਜਨਮ ਤੋਂ ਹੀ ਗਿਆਨਵਾਨ ਤੇ ਪ੍ਰੇਮਵਾਨ ਹੋਣਾ ਮਾਨਨੀय ਹੈ। ਸੋ ਸਤਿਗੁਰੂ ਜੀ ਨੇ ਜੋ ਸੰਸਾਰ ਪਰ ਆਏ ਹੀ ਇਸ ਦੇ ਉਧਾਰ ਲਈ ਸਨ। ਸੰਸਾਰ ਦੇ ਅਗਿਆਨ ਪਰ ਫਤਿਹ ਪਾਉਣੀ ਸੀ। ਇਸ ਲਈ ਚੜਿਆ ਸੋਧਨ ਧਰਤ ਲੁਕਾਈ ਲਿਖਿਆ ਹੈ। ਅਸੀਂ ਹੁਣ ਉਹਨਾਂ ਦੇ ਵੱਡੇ ਵੱਡੇ ਲੋਕਾਂ ਦੇ ਅਗਿਆਨ ਕੱਟਣ ਤੇ ਗਿਆਨ ਦੀ ਫਤਿਹ ਪਾਉਣ ਦੇ ਸੰਖੇਪ ਹਾਲ ਕਹਾਂਗੇ। ਸਤਿਗੁਰੂ ਨਾਨਕ ਦੇਵ ਜੀ ਜਨਮ ਤੋਂ ਹੀ ਪਰਮੇਸ਼ਰ ਦੇ ਪਿਆਰ ਵਿੱਚ ਪੂਰੇ ਸੀ, ਪਰ ਮਾਪੇ ਪਛਾਣਦੇ ਨਹੀਂ ਸੀ। ਉਹਨਾਂ ਨੇ ਜਗਤ ਰੀਤ ਮੁਜਬ ਪਾਂਦੇ ਦੇ ਪੜ੍ਹਨੇ ਪਾ ਦਿੱਤਾ। ਪਾਂਦੇ ਨੇ ਆਪ ਨੂੰ ਟਾਕਰਿਆਂ ਦੀ ਪੈਂਤੀ ਤੇ ਲੇਖਾ ਸਿਖਾਉਣਾ ਸ਼ੁਰੂ ਕੀਤਾ। ਇਹ ਵਿਦਿਆ ਚਮਤਕਾਰੀ ਬੁੱਧੀ ਵਾਸਤੇ ਕੋਈ ਗੱਲ ਨਹੀਂ ਸੀ, ਪਰ ਆਪ ਤਾਂ ਕੋਈ ਅਸਲ ਕੋਈ ਨਿਗਰ ਵਿਦਿਆ ਸਿਖਾਉਣ ਆਏ ਸੀ ਤੇ ਆਪ ਗੁਰੂ ਸੀ। ਪੜ੍ਹਨਾ ਕੀ ਸੀ, ਉਹ ਤਾਂ ਪੜ੍ਹਾਉਣ ਆਏ ਸੀ। ਸੋ ਆਪ ਦਾ ਪ੍ਰਚਾਰ ਦਾ ਕੰਮ ਅੱਜ ਤੋਂ ਸ਼ੁਰੂ ਹੋ ਪੈਂਦਾ ਹੈ। ਪਾਂਦੇ ਤੇ ਹੀ ਸਤਿਗੁਰੂ ਨੇ ਜੋ ਕੌਤਕ ਕੀਤੇ, ਉਸ ਤੋਂ ਪਾਂਦੇ ਨੇ ਪੁੱਛਿਆ ਕਿ ਤੂੰ ਕਿਉਂ ਨਹੀਂ ਪੜ੍ਹਦਾ। ਤਦ ਗੁਰੂ ਜੀ ਨੇ ਉਸ ਨੂੰ ਇਹ ਵਾਕ ਕਹੇ, ਪਾਂਦਾ ਤੂੰ ਕੁਝ ਪੜ੍ਹਿਆ ਹੈ ਜੋ ਮੇਰੇ ਤਾਈਂ ਪੜ੍ਹਾਉਂਦਾ ਹੈ। ਪਾਂਦੇ ਨੇ ਅਚਰਜ ਹੋ ਕੇ ਆਪਣੇ ਵਿਦਿਆ ਦੇ ਗ੍ਰੰਥ ਦੱਸੇ ਤਾਂ ਸਤਿਗੁਰੂ ਜੀ ਨੇ ਕਿਹਾ, ਇਸ ਪੜ੍ਹਨ ਨਾਲ ਗਲੇ ਫਾਹੇ ਪੈਂਦੇ ਹਨ। ਉਹ ਵਿਦਿਆ ਤੂੰ ਨਹੀਂ ਜਾਣਦਾ ਜਿਸ ਨਾਲ ਫਾਹੇ ਟੁੱਟ ਪੈਣ। ਤੇ ਹੈਰਾਨ ਹੋਏ ਪਾਂਦੇ ਨੂੰ 7 ਬਰਸ ਦੇ ਦੈਵੀ ਬੱਚੇ ਨੇ ਇਹ 7 ਵਿਦਿਆ ਦਾ ਉਪਦੇਸ਼ ਦਿੱਤਾ। ਹੇ ਪਾਂਦੇ, ਸਭ ਦੇ ਅੰਦਰ ਇੱਕ ਵਾਹਿਗੁਰੂ ਵਸ ਰਿਹਾ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ। ਭਰਮ ਤੇ ਮੋਹ ਵਿੱਚ ਪੈ ਕੇ ਤੁਸੀਂ ਫਾਹੇ ਸਹੇੜ ਰਹੇ ਹੋ, ਇਸ ਤਰ੍ਹਾਂ ਉਸ ਤੋਂ ਵਿਛੜ ਰਹੇ ਹੋ। ਇਹ ਹਾਲਤ ਸਾਕਤ ਦਸ਼ਾ ਹੈ, ਅਰਥਾਤ ਸਾਈਂ ਤੋਂ ਟੁੱਟੀ ਹੋਈ ਤੇ ਮਾਇਆ ਵਿੱਚ ਫਸੀ ਹੋਈ ਅਵਸਥਾ ਹੈ। ਤੁਸੀਂ ਤਿਸੇ ਸਰੇਵੋ ਤਾਂ ਸੁਖ ਪਾਵੋ, ਸਰਬ ਨਿਰੰਤਰ ਰਵ ਰਿਹਾ। ਵਾਹਿਗੁਰੂ ਨਾਲ ਜੁੜੇ ਬਿਨਾਂ ਜੀਵਨ ਬਿਰਥਾ ਜਾ ਰਿਹਾ ਹੈ। ਸੋ ਭਾਲ ਕਰੋ ਤੇ ਉਸ ਨੂੰ ਪਾਓ, ਫੇਰ ਪੜ੍ਹੋ ਤੇ ਪੜ੍ਹਾਓ। ਉਸ ਤੋਂ ਮਨ ਨੂੰ ਅੱਡ ਰੱਖ ਕੇ ਕਰਮ ਕਰਨੇ ਸਾਰੇ ਬਿਰਥਾ ਕਰਮ ਹਨ। ਪਾਂਦੇ ਪੁੱਛਿਆ, ਵਾਹਿਗੁਰੂ ਨਾਲ ਜੁੜ ਕੇ ਸੰਸਾਰ ਵਿੱਚ ਵਿਚਰਨ ਦਾ ਕੀ ਫਲ ਹੈ ਤੇ ਉਸ ਦੀ ਜੁਗਤ ਕੀ ਹੈ। ਤਾਂ ਗੁਰੂ ਜੀ ਨੇ ਕਿਹਾ, ਮੋਹ ਨੂੰ ਸਾੜ ਕੇ ਸ਼ਾਹੀ ਬਣਾ, ਮਤ ਨੂੰ ਕਾਗਤ ਬਣਾ, ਪ੍ਰੇਮ ਨੂੰ ਲਿਖਣ ਬਣਾ, ਚਿੱਤ ਨੂੰ ਲਿਖਾਰੀ ਬਣਾ ਤੇ ਸਤਿਗੁਰੂ ਨੂੰ ਪੁੱਛ ਕੇ ਲਿਖ ਕਰਤਾਰ ਦਾ ਨਾਮ। ਉਸ ਦੀ ਮਹਿਮਾ, ਉਸ ਦੀ ਬੇਅੰਤਤਾਈ ਲਿਖ। ਜੇ ਲੇਖਾ ਲਿਖ ਲਵੇਂ, ਅਰਥਾਤ ਵਾਹਿਗੁਰੂ ਅਨੰਤ ਲੱਖ ਕੇ ਮਹਿਮਾ ਵਿੱਚ ਲੀਨ ਹੋ ਜਾਵੇਂ, ਤਾਂ ਜਿੱਥੇ ਲੇਖਾ ਮੰਗੀਦਾ ਹੈ, ਜਿੱਥੇ ਵਡਿਆਈਆਂ ਸਦਾ ਦੀਆਂ ਖੁਸ਼ੀਆਂ ਤੇ ਚਾਉ ਮਿਲਦੇ ਹਨ, ਉੱਥੇ ਤੈਨੂੰ ਸੱਚੀ ਵਡਿਆਈ ਮਿਲੇਗੀ, ਕਿਉਂਕਿ ਉੱਥੇ ਨਾਮ ਵਾਲੇ ਹੀ ਸਤਕਾਰੇ ਜਾਂਦੇ ਹਨ। ਹੋਰ ਦੁਨੀਆ ਦੇ ਵੱਡੇ ਲੋਕ ਇੱਥੇ ਖਾਕ ਹੋ ਜਾਂਦੇ ਹਨ, ਉੱਥੇ ਜਾ ਕੇ ਦੁਖੀ ਹੁੰਦੇ ਹਨ। ਤਦ ਪਾਂਦਾ ਚਰਨ ਲੱਗ ਤਰਿਆ। ਇਸ ਤੋਂ ਮਗਰੋਂ ਗੁਰੂ ਜੀ ਇਕਾਂਤ ਘਰ ਬੈਠੇ ਰਹਿਣ। ਮਾਤਾ ਪਿਤਾ ਨੇ ਸੋਚਿਆ ਤੇ ਲੋਕਾਂ ਕਿਹਾ ਕਿ ਵਿਆਹ ਨਾਲ ਉਦਾਸੀ ਛੱਡੇਗਾ, ਪਰਚ ਜਾਏਗਾ। ਸੋ 12 ਬਰਸਾਂ ਦੀ ਉਮਰੇ ਉਦਾਸੀਆਂ ਤੇ ਲਿਵਾਂ ਵਿੱਚ ਜੁੜੇ ਗੁਰੂ ਬਾਬੇ ਨੂੰ ਵਿਆਹ ਦਿੱਤਾ। ਕੀਰਤੇ ਵੀ ਲਾਇਆ, ਪਰ ਉਹ ਬੇਪਰਵਾਹ ਆਪਣੇ ਰੰਗੀ ਵਿਚਰਦੇ ਰਹੇ। ਨਗਰ ਸਾਰੇ ਦਾ ਖਿਆਲ ਹੋਇਆ ਕਿ ਅੱਜ-ਕੱਲ੍ਹ ਫਕੀਰਾਂ ਨਾਲ ਉੱਠ ਜਾਏਗਾ। ਪਿਤਾ ਨੇ ਖੇਤਾਂ, ਜੂਹਾਂ, ਜੰਗਲਾਂ ਦਾ ਪਿਆਰ ਦੇਖ ਕੇ ਕਿਹਾ ਕਿ ਮੱਝੀਆਂ ਹੀ ਚਾਰ ਲਿਆਇਆ ਕਰੇ। ਸੋ ਜਗਤ ਗੁਰੂ ਹੁਣ ਮਾਹੀ ਬਣਿਆ, ਪਰ ਮਹੀਆਂ ਜੋਕੀ ਫਿਰਨ ਤੇ ਗੁਰੂ ਬਾਬਾ ਆਪਣੇ ਰੰਗ ਰਵੇ ਇਕੱਲਾ। ਇੱਕ ਦਿਨ ਮਈਆਂ ਇੱਕ ਭੱਟੀ ਦਾ ਖੇਤ ਖਾ ਗਈਆਂ। ਉਸ ਨੇ ਰਾਏ ਬੁਲਾਰ ਸ਼ਹਿਰ ਦੇ ਰਾਜੇ ਪਾਸ ਸ਼ਿਕਾਇਤ ਕੀਤੀ। ਰਾਏ ਨੇ ਕਾਲੂ ਨੂੰ ਸਦਵਾ ਕੇ ਆਖਿਆ, ਤੇਰਾ ਪੁੱਤਰ ਦੀਵਾਨਾ ਹੈ ਤੇ ਇਸ ਭੱਟੀ ਦਾ ਨੁਕਸਾਨ ਹੋਇਆ ਹੈ, ਤੂੰ ਉਜਾੜਾ ਭਰ ਦੇ। ਇਸ ਵੇਲੇ ਰਾਏ ਨੇ ਆਦਮੀ ਪਹਿਲੀ ਦੇਖਣ ਲਈ ਘੱਲੇ ਤਾਂ ਦੇਖਣ ਕਿ ਖੇਤ ਹਰਾ ਭਰਾ ਹੈ। ਅੱਜ ਪਹਿਲਾ ਦਿਨ ਸੀ ਕਿ ਰਾਏ ਬੁਲਾਰ ਦੇ ਅੰਦਰ ਗੁਰੂ ਨਾਨਕ ਗੁਰੂ ਦਾ ਭੈ ਤੇ ਪਿਆਰ ਪੈ ਗਿਆ। ਇਸ ਵੇਲੇ ਗੁਰੂ ਬਾਬੇ ਨੇ ਸੱਦ ਲਾਈ, ਤੈਸੋ ਜੈਸਾ ਕਾਢੀਏ ਜੈਸੀ ਕਾਰ ਕਮਾਈ, ਜੋ ਦਮ ਚਿੱਤ ਨ ਆਵਈ ਸੋ ਦਮ ਬਿਰਥਾ ਜਾਏ। ਇਹੋ ਤਨ ਵੇਚੀ ਬਹਿ ਕਰੀ ਜੇ ਕੋ ਲਏ ਵਿਕਾਏ, ਨਾਨਕ ਕੰਮ ਨ ਆਵਈ ਜੇ ਤਨ ਨਾਹੀ ਸੱਚਾ ਨਾਉ। ਇੱਕ ਦਿਨ ਰਾਏ ਬੁਲਾਰ ਸ਼ਿਕਾਰੋਂ ਆਇਆ ਤਾਂ ਇੱਕ ਥਾਂ ਕੀ ਦੇਖੇ ਕਿ ਸਭ ਬ੍ਰਿਛਾਂ ਦਾ ਛਾਇਆ ਬਦਲ ਗਿਆ ਹੈ, ਪਰ ਇੱਕ ਦੀ ਛਾਂ ਨਹੀਂ ਟਲੀ। ਥੱਲੇ ਸੁੱਤੇ ਆਦਮੀ ਨੂੰ ਜਗਾਇਆ ਤਾਂ ਉਹ ਗੁਰੂ ਬਾਬਾ ਸੀ। ਇਹ ਦੇਖ ਕੇ ਰਾਏ ਬੁਲਾਰ ਭੈ ਖਾ ਗਿਆ ਤੇ ਅਦਮ ਨਾਲ ਭਰ ਕੇ ਚੁੱਕਿਆ ਤੇ ਆਖਿਆ, ਇਹ ਮਹਾਂਪੁਰਖ ਹੈ। ਅੱਜ ਤੋਂ ਰਾਏ ਬੁਲਾਰ ਪੱਕਾ ਪ੍ਰੇਮੀ ਹੋ ਗਿਆ ਤੇ ਗੁਰੂ ਬਾਬੇ ਦੇ ਆਖੇ ਨਾਮ ਜਪਣ ਲੱਗਾ। ਇਹ ਗੁਰੂ ਬਾਬੇ ਜੀ ਨੇ ਆਪਣੇ ਤਪੇ ਦੇ ਰਾਜੇ ਪਰ ਫਤਿਹ ਪਾਈ। ਹੋਰਨਾਂ ਸਾਖੀਆਂ ਵਿੱਚ ਲਿਖਤ ਹੈ ਤੇ ਖਰਾ ਸੌਦਾ ਨਾਮੇ ਗੁਰਦੁਆਰਾ ਜੋ ਚੂੜ ਖਾਣੇ ਹੁਣ ਤੱਕ ਹੈ, ਸਾਖੀ ਭਰਦਾ ਹੈ ਕਿ ਇੱਕ ਵੇਰ ਪਿਤਾ ਨੇ ਗੁਰੂ ਨਾਨਕ ਦੇਵ ਜੀ ਨੂੰ ਕੁਝ ਰੁਪਇਆ ਦੇ ਕੇ ਵਪਾਰ ਲਈ ਟੋਰਿਆ ਤੇ ਕਿਹਾ, ਖਰਾ ਸੌਦਾ ਕਰਨਾ।
ਆਪਣੇ ਚੂੜਕਾਣੇ ਪਿੰਡ ਦੇ ਲਾਗੇ ਇੱਕ ਪਰਮੇਸ਼ਰ ਦਾ ਤਪ ਕਰਨ ਵਾਲੇ ਕਈ ਦਿਨਾਂ ਦੇ ਭੁੱਖੇ ਸਾਧੂਆਂ ਦੀ ਜਮਾਤ ਨੂੰ ਡਿੱਠਾ ਤੇ ਤਰਸ ਖਾ ਕੇ ਉਹਨਾਂ ਰੁਪਇਆਂ ਦੀ ਰਸਦ ਲੈ ਕੇ ਉਹਨਾਂ ਨੂੰ ਭੋਜਨ ਖੁਲਾ ਦਿੱਤਾ ਤੇ ਸੱਚਮੁੱਚ ਖਰਾ ਸੌਦਾ ਕਰ ਦਿੱਤਾ। ਪਰ ਘਰ ਆਇਆ ਤੇ ਪਿਤਾ ਨੇ ਬਹੁਤ ਖੇਦ ਕੀਤਾ। ਇਹ ਖਬਰ ਸੁਣ ਕੇ ਰਾਏ ਬੁਲਾਰ ਨੇ ਕਾਲੂ ਨੂੰ ਸੱਦ ਕੇ ਰੰਜਗੀ ਕੀਤੀ ਤੇ ਸਮਝਾਇਆ, ਇਸ ਜਹਾਨ ਦੇ ਉੱਪਰ ਦੁਨੀਆ ਦੇ ਵਿੱਚ ਸਭ ਦੌਲਤ ਇਸੇ ਦੀ ਹੈ। ਸਭ ਦੁਨੀਆ ਦਾ ਇਹ ਮਾਲਕ ਹੈ। ਮੈਂ ਇਸ ਦਾ ਦਿੱਤਾ ਖਾਂਦਾ ਹਾਂ। ਹੇ ਕਾਲੂ, ਸੰਸਾਰ ਇਸ ਦਾ ਦਿੱਤਾ ਖਾਂਦਾ ਹੈ। ਇਸ ਤੋਂ ਸਪਸ਼ਟ ਹੈ ਕਿ ਰਾਏ ਬੁਲਾਰ ਪੂਰਨ ਸਿੱਖ ਹੋ ਗਿਆ ਸੀ ਤੇ ਗੁਰੂ ਨਾਨਕ ਨੇ ਪਹਿਲਾਂ ਸ਼ਹਿਰ ਦਾ ਉਸਤਾਦ ਫਿਰ ਸ਼ਹਿਰ ਦਾ ਰਾਜਾ ਫਤਿਹ ਕਰਕੇ ਰੱਬ ਦੇ ਰਾਜ ਵਿੱਚ ਸ਼ਾਮਲ ਕੀਤੇ। ਇਸ ਤਰ੍ਹਾਂ ਸਾਖੀਆਂ ਮਿਲਦੀਆਂ ਹਨ ਕਿ ਘਰ ਦੇ ਪੁਰੋਹਿਤ ਨੂੰ, ਸ਼ਹਿਰ ਦੇ ਮੁੱਲਾ ਆਦਿਕਾਂ ਨੂੰ ਵਾਹਿਗੁਰੂ ਜੀ ਦੇ ਪਿਆਰ ਦੇ ਸੋਲੇ ਸੁਣਾ ਕੇ ਕਰਤਾਰ ਦੇ ਚਰਨੀ ਲਾਇਆ। ਹੁਣ ਸਤਿਗੁਰੂ ਫੇਰ ਉਦਾਸੀਆਂ ਵਿੱਚ ਦਿਸਣ, ਘਰ ਦੇ ਉਦਾਸੀ ਸਮਝਦੇ ਸਨ। ਮਾਤਾ ਪਿਤਾ ਨੇ ਕਈ ਵੇਰ ਸਮਝਾਇਆ ਪਰ ਉਹ ਲਿਵਲੀਨ ਬੈਠੇ ਰਹਿੰਦੇ ਜਾਂ ਜੰਗਲੀ ਉਜਾੜੀ ਜਾ ਕੇ ਪ੍ਰੇਮ ਦੀ ਲਿਵ ਵਿੱਚ ਬੈਠੇ ਰਹਿੰਦੇ। ਇਹ ਰੰਗ ਵੇਖ ਲੋਕਾਂ ਨੇ ਮਾਪਿਆਂ ਨੂੰ ਕਿਹਾ, ਇਹ ਰੋਗੀ ਹੈ, ਦਾਰੀ ਕਰੋ। ਤਦੋਂ ਵੈਦ ਆਇਆ, ਨਾੜ ਦੇਖਣ ਲੱਗਾ ਤਾਂ ਗੁਰੂ ਜੀ ਨੇ ਉੱਠ ਕੇ ਪੁੱਛਿਆ, ਕੀ ਕਰਦਾ ਹੈ? ਵੈਦ ਨੇ ਕਿਹਾ ਕਿ ਆਪ ਦਾ ਇਲਾਜ। ਤੇ ਇਸ ਪਰ ਸਤਿਗੁਰੂ ਨੇ ਬੜੇ ਰੰਗ ਵਿੱਚ ਆ ਕੇ ਇੱਕ ਸੱਦ ਲਾਈ। ਸ਼ਲੋਕ ਮਹੱਲਾ ਪਹਿਲਾ। ਵੈਦ ਬੁਲਾਇਆ ਵੈਦਗੀ, ਪੱਕੜ ਢੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ, ਕਰਕ ਕਲੇਜੇ ਮਾਹੇ। ਫਿਰ ਬੋਲੇ, ਹੇ ਵੈਦ, ਇੱਥੇ ਜਗਤ ਵਿੱਚ ਰਾਤ ਹੈ, ਅੱਗੇ ਵਾਹਿਗੁਰੂ ਦੇ ਦੇਸ਼ ਦਿਨ ਹੈ। ਤੁਸੀਂ ਰਾਤ ਦੇ ਹਨੇਰੇ ਵਿੱਚ ਘਬਰਾ ਰਹੇ ਹੋ, ਪਰਛਾਵਿਆਂ ਨੂੰ ਸੱਚ ਜਾਣਦੇ ਹੋ ਤੇ ਸੱਚ ਨੂੰ ਪਰਛਾਵਾਂ ਸਮਝ ਰਹੇ ਹੋ। ਰਾਜ ਮਾਲ ਜੋਬਨ ਪਰਛਾਵੇਂ ਹਨ, ਨਾਮ ਸੱਚਾ ਧਨ ਹੈ। ਜਿੰਨਾ ਪਾਇਆ ਹੈ ਉਹ ਧਨਵੰਤ ਹਨ। ਸੋ ਸਾਨੂੰ ਦਾਰੂ ਨਾ ਲਾ, ਆਪਣਾ ਦਾਰੂ ਕਰ, ਸਵਾਦ ਤ੍ਰਿਸ਼ਨਾ, ਕਾਮ ਕ੍ਰੋਧ ਮਾਰ ਤੇ ਵਾਹਿਗੁਰੂ ਨਾਲ ਨੇਹੋ ਲਾ। ਇਹ ਉਪਦੇਸ਼ ਐਸੇ ਬਲ ਤੇ ਪ੍ਰਭਾਵ ਨਾਲ ਦਿੱਤਾ ਗਿਆ ਕਿ ਵੈਦ ਪੈਰੀ ਟੱਠਾ ਤੇ ਸ਼ਰਨ ਹੋ ਕੇ ਸੁਖ ਪਾਇਆ। ਇਹ ਬਾਬੇ ਦੀ ਵੈਦ ਪਰ ਫਤਿਹ ਹੈ। ਗੁਰੂ ਨਾਨਕ ਦੇਵ ਜੀ ਨੇ ਸੱਚੀ ਲਿਵ ਵਿੱਚ ਰਹਿਣੇ ਤੇ ਇਕਾਂਤ ਰੰਗ ਜਮਾਉਣੇ ਦੀ ਬਾਣ ਨਾ ਛੱਡੀ। ਮਰਦਾਨਾ ਨਾਮੇ ਘਰ ਦਾ ਡੂਮ ਬੜਾ ਗਵਈਆ ਸੀ। ਇਸ ਨੂੰ ਜੰਗਲੀ ਲਿਜਾ ਕੇ ਆਪਣੇ ਉਚਾਰੇ ਇਲਾਹੀ ਸ਼ਬਦ ਦੇ ਕੀਰਤਨ ਸੁਣਨੇ ਤੇ ਸਦਾ ਆਨੰਦੀ ਮੌਜ ਵਿੱਚ ਰਹਿਣਾ। ਦੁਨੀਆਦਾਰਾਂ ਲਈ ਇਹ ਸਭ ਰੋਗ ਹਨ, ਅਪਾਹਜ ਪੁਣੇ ਹਨ, ਕਸਰਾਂ ਹਨ। ਸੋ ਕੋਈ ਦੀਵਾਨਾ ਕਹੇ, ਕੋਈ ਭੂਤ ਜਿੰਨ ਦਾ ਸਾਇਆ ਕਹੇ। ਅਨੇਕ ਉਪਚਾਰ ਹੋਏ ਪਰ ਸੱਚੇ ਅਰੋਗ ਮਹਾਂਪੁਰਖ ਉੱਤੇ ਰੋਗ ਰੂਪ ਉਪਚਾਰਾਂ ਦਾ ਕੀ ਅਸਰ ਪਵੇ। ਅੰਤ ਇਹ ਸਲਾਹ ਠਹਿਰੀ ਕਿ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਪਣਵਈਏ ਜੈ ਰਾਮ ਪਾਸ ਘੱਲ ਦਿੱਤਾ ਜਾਵੇ। ਸਤਿਗੁਰੂ ਜੀ ਵੀ ਤਿਆਰ ਹੋ ਗਏ ਕਿਉਂਕਿ ਇੱਥੇ ਘਰ ਵਾਲੇ ਦੁਖੀ ਰਹਿੰਦੇ ਸਨ। ਕੁਟੰਬ ਕਬੀਲਾ ਵੀ ਮਾਪਿਆਂ ਨੂੰ ਮਿਹਣੇ ਦਿੰਦਾ ਸੀ ਤੇ ਸੁਲਤਾਨਪੁਰ ਆਪ ਤੋਂ ਵੱਡੀ ਭੈਣ ਸੀ ਜੋ ਸਤਸੰਗ ਦੀ ਪ੍ਰੇਮਨ ਸੀ ਤੇ ਜੈ ਰਾਮ ਵੀ ਰੱਬ ਦੇ ਭੈ ਵਾਲਾ ਸੀ। ਸੋ ਸੁਲਤਾਨਪੁਰ ਪੁੱਜੇ। ਜੈ ਰਾਮ ਉੱਥੋਂ ਦੇ ਨਵਾਬ ਦੌਲਤ ਖਾਂ ਲੋਧੀ ਪਾਸ ਲੈ ਗਿਆ। ਤਿਸ ਨੇ ਉਹਨਾਂ ਨੂੰ ਆਪਣੀ ਕਾਰਬਾਰੀ ਦਿੱਤੀ। ਇੱਥੇ ਸਤਿਗੁਰੂ ਦਿਨ ਨੂੰ ਕੰਮ ਕਰਨ ਪਰ ਰਾਤ ਨੂੰ ਸਤਸੰਗ ਹੋਵੇ। ਮਰਦਾਨਾ ਡੂਮ ਤਲਵੰਡੀਓਂ ਆ ਗਿਆ। ਰਾਤ ਕੀਰਤਨ ਦਾ ਰੰਗ ਜੰਮਣ ਲੱਗਾ। ਨਗਰ ਦੇ ਕਈ ਲੋਕ ਆਇਆ ਕਰਨ, ਨਵੇਂ ਵੀ ਪੁਰਾਣੇ ਮੇਲੀ ਵੀ ਕਦੇ ਕਦੇ ਆਇਆ ਕਰਨ। ਨਵੇਂ ਵੀ ਕਈ ਤਰੇ, ਮੈਲ ਸਿੰਘੇ ਦਾ ਭਗੀਰਥ ਕਾਲੀ ਉਪਾਸਕ ਕਾਲੀ ਛੋੜ ਕੇ ਸਤਨਾਮ ਦਾ ਪ੍ਰੇਮੀ ਹੋ ਗਿਆ। ਦੋ ਵੇਲੇ ਜੋ ਅਲੂਫਾ ਸਰਕਾਰੋਂ ਮਿਲਦਾ ਸੀ ਉਸ ਦਾ ਲੰਗਰ ਚੱਲੇ। ਸਭ ਸਤਸੰਗੀ ਖੁੱਲੇ ਛਕਣ, ਪਹਿਰ ਰਾਤ ਰਹਿੰਦੀ। ਗੁਰੂ ਜੀ ਬੇਈ ਵਿੱਚ ਇਸ਼ਨਾਨ ਕਰਨ ਤੇ ਦਿਨ ਚੜੇ ਤੱਕ ਇਕਾਂਤ ਲਿਵਲੀਨ ਬਿਰਾਜੇ ਰਹਿਣ। ਦਿਨੇ ਨਵਾਬ ਦਾ ਕੰਮ ਕਰਨ। ਮਾਲੂਮ ਹੁੰਦਾ ਹੈ ਕਿ ਇੱਥੇ ਸਤਿਗੁਰੂ ਦਾ ਸਤਸੰਗ ਦਾ ਰੰਗ ਪੂਰਾ ਜੰਮ ਗਿਆ ਤੇ ਪੂਰੀ ਸੁਤੰਤਰਤਾ ਆਤਮ ਰਸ ਦੀ ਮਿਲ ਗਈ। ਪਰ ਅੰਦਰ ਜੋ ਵਾਹਿਗੁਰੂ ਨੇ ਜਗਤ ਉਧਾਰ ਦੀ ਤੜਪ ਪਾਈ ਸੀ ਉਸਨੇ ਫਿਰ ਉਦਾਸ ਕਰ ਦਿੱਤਾ। ਜਿਸ ਸੁਖ ਵਿੱਚ ਆਪ ਸਨ ਸੋ ਵੰਡਣਾ ਲੋਚਦੇ ਸਨ। ਇਹਨਾਂ ਰੰਗਾਂ ਵਿੱਚ ਇੱਕ ਦਿਨ ਇਸ਼ਨਾਨ ਕਰਨ ਗਏ, ਨਹੀਂ ਮੁੜੇ। ਤੀਸਰੇ ਦਿਨ ਪਿੱਛੋਂ ਆਏ ਪਰ ਰੰਗ ਫਕੀਰਾਨਾ। ਇਹ 3 ਦਿਨ ਭਾਲ ਹੁੰਦੀ ਰਹੀ। ਕਈ ਜਾਲ ਪਾਏ ਤੇ ਕਈ ਸੂਏ ਟੋਰੇ, ਪਰ ਉਹ ਜਗ ਕਾਰਕ ਲਿਖਿਆ ਹੈ ਕਿ ਵਾਹਿਗੁਰੂ ਦੇ ਦਰਬਾਰ ਰਹੇ ਤੇ ਉੱਥੋਂ ਜਗਤ ਤਾਰਨ ਦਾ ਫੁਰਮਾਨ ਲੈ ਕੇ ਆਏ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਨੇ ਉਹਨਾਂ ਨੂੰ ਕਿਹਾ, ਨਾਨਕ ਜਿਸ ਉੱਪਰ ਤੇਰੀ ਨਦਰ ਤਿਸ ਉੱਪਰ ਮੇਰੀ ਨਦਰ, ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ। ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ ਔਰ ਤੇਰਾ ਨਾਉ ਗੁਰੂ ਪਰਮੇਸ਼ਰ। ਨਾਨਕ ਮੈਂ ਤੇਰੇ ਨਾਲ ਹਾਂ, ਮੈਂ ਤੇਰੇ ਤਾਈਂ ਨਿਹਾਲ ਕੀਆ ਹੈ। ਤੂੰ ਜਾਏ ਕਰ ਮੇਰਾ ਨਾਮ ਜਪ ਔਰ ਲੋਕਾਂ ਥੀ ਵੀ ਜਪਾਏ।
ਇਸ ਦਿਨ ਤੋਂ ਸ੍ਰੀ ਗੁਰੂ ਜੀ ਕੰਮਕਾਜ ਛੱਡ ਬੈਠੇ ਤੇ ਉਦਾਸ ਬ੍ਰਿਤੀ ਧਾਰ ਲਈ। ਅਸਲ ਵਿੱਚ ਅੱਜ ਉਹ ਰੀਤ ਟੋਰੀ ਜੋ ਮਗਰੋਂ ਉਦਾਸੀ ਕਹਿਲਾਈ। ਆਪ ਉਦਿਆਨ ਹੋ ਬੈਠੇ ਤੇ ਆਵਾਜ਼ਾਂ ਦੇਣ, ਨਾ ਕੋਈ ਹਿੰਦੂ ਹੈ ਨਾ ਮੁਸਲਮਾਨ। ਗੁਰੂ ਨਾਨਕ ਦੇ ਤਿਆਗ ਦੀ ਖਬਰ ਸੁਣ ਕੇ ਖਾਨ ਬਹੁਤ ਦਿਲਗੀਰ ਹੋਇਆ ਤੇ ਸਤਿਗੁਰੂ ਨੂੰ ਸੱਦ ਘੱਲਿਆ, ਪਰ ਆਪ ਨੇ ਆਣੋਂ ਇਨਕਾਰ ਕੀਤਾ। ਫਿਰ ਨਵਾਬ ਨੇ ਰੱਬ ਦਾ ਵਾਸਤਾ ਪਾ ਕੇ ਸੱਦਿਆ ਤਾਂ ਗਏ। ਤਾਂ ਉਸਨੇ ਆਦਰ ਨਾਲ ਬਿਠਾਇਆ ਤੇ ਕਿਹਾ, ਨਾਨਕ ਮੇਰੀ ਕੰਬਕਤੀ ਹੈ ਜੋ ਤੂਹੇ ਜਿਹਾ ਵਜ਼ੀਰ ਫਕੀਰ ਹੋਵੇ। ਫਿਰ ਕਹਿਣ ਲੱਗਾ, ਇਹ ਕਾਜ਼ੀ ਕੁਝ ਪੁੱਛਦਾ ਹੈ। ਗੁਰੂ ਜੀ ਨੇ ਕਿਹਾ, ਪੁੱਛ। ਕਾਜ਼ੀ ਨੇ ਕਿਹਾ, ਹੈ ਨਾਨਕ ਤੂੰ ਆਖਦਾ ਹੈ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ, ਇਹ ਕੀ ਗੱਲ ਹੈ? ਤਦ ਸਤਿਗੁਰੂ ਨੇ ਕਿਹਾ, ਕਾਜ਼ੀ ਮੁਸਲਮਾਨ ਉਹ ਹੈ ਜੋ ਨੈਚੇ ਵਿੱਚ ਜੀਵੇ, ਮਨ ਸਾਫ਼ ਕਰੇ, ਰੱਬ ਦੇ ਪਿਆਰਿਆਂ ਦਾ ਸੰਗ ਕਰੇ, ਮੌਤ ਤੇ ਫਤਿਹ ਪਾਵੇ, ਰਜ਼ਾ ਤੇ ਖੜੋਵੇ ਤੇ ਸਰਬ ਦਾ ਭਲਾ ਕਰੇ, ਸਿਫਤ ਸਲਾਹ ਵਿੱਚ ਵਰਤੇ, ਹੱਕ ਹਲਾਲ ਤੇ ਟੁਰੇ। ਸੋ ਦੱਸੋ ਕਿਸ ਦਾ ਜੀਵਨ ਸੱਚਮੁੱਚ ਐਸਾ ਹੈ? ਨਾਮ ਮਾਤਰ ਨਾਲ ਮੁਸਲਮਾਨ ਨਹੀਂ ਹੋ ਸਕਦਾ, ਨਾ ਹਿੰਦੂ ਮੰਦੀ ਕਰਨ ਨਾਲ ਹਿੰਦੂ ਹੋ ਸਕਦਾ ਹੈ। ਇਹ ਸੁਣ ਕੇ ਕਾਜ਼ੀ ਸ਼ਰਮਿੰਦਾ ਤੇ ਹੈਰਾਨ ਹੋ ਗਿਆ। ਹੁਣ ਨਮਾਜ਼ ਦਾ ਵੇਲਾ ਸੀ। ਕਾਜ਼ੀ ਤੇ ਨਵਾਬ ਗਏ, ਗੁਰੂ ਜੀ ਨੂੰ ਵੀ ਨਾਲ ਲੈ ਗਏ। ਸਾਖੀਆਂ ਵਿੱਚ ਲਿਖਤ ਹੈ ਕਿ ਦੋਹਾਂ ਨੇ ਗੁਰੂ ਜੀ ਨੂੰ ਕਿਹਾ ਕਿ ਤੂੰ ਵੀ ਨਮਾਜ਼ ਅਸਾਂ ਦੇ ਨਾਲ ਪੜ੍ਹ। ਪਰ ਜਦ ਕਾਜ਼ੀ ਤੇ ਨਵਾਬ ਪੜ੍ਹ ਹਟੇ ਤਾਂ ਡਿੱਠਾ ਕਿ ਨਾਨਕ ਨੇ ਨਮਾਜ਼ ਨਹੀਂ ਪੜ੍ਹੀ। ਤਦ ਕਾਰਨ ਪੁੱਛਿਆ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਜਦ ਨਮਾਜ਼ ਪੜ੍ਹ ਹਟੇ ਤਾਂ ਕਾਜ਼ੀ ਨੇ ਕਿਹਾ, ਹੇ ਨਵਾਬ ਤੁਸੀਂ ਕਹਿੰਦੇ ਹੋ ਨਾਨਕ ਭਲਾ ਹੈ, ਪਰ ਇਹ ਸਾਨੂੰ ਨਮਾਜ਼ ਪੜ੍ਹਦਿਆਂ ਨੂੰ ਮਖੌਲ ਕਰਦਾ ਸੀ। ਤਦ ਨਵਾਬ ਨੇ ਕਿਹਾ, ਹੇ ਨਾਨਕ ਕਾਜ਼ੀ ਕੀ ਆਖਦਾ ਹੈ? ਸਤਿਗੁਰੂ ਬੋਲੇ, ਇਸ ਕਾਜ਼ੀ ਨੇ ਰੱਬ ਦੀ ਨਮਾਜ਼ ਨਹੀਂ ਪੜ੍ਹੀ, ਇਹ ਵਛੇਰੀ ਦੀ ਨਮਾਜ਼ ਪੜ੍ਹਦਾ ਰਿਹਾ ਹੈ, ਕਿਉਂਕਿ ਸਾਰਾ ਵਕਤ ਧਿਆਨ ਵਛੇਰੀ ਵਿੱਚ ਰੱਖਿਆ ਸੂ ਕਿ ਵਿਹੜੇ ਵਿੱਚ ਸਜਰ ਸੂਈ ਵਛੇਰੀ ਛੱਡ ਆਇਆ ਹਾਂ ਤੇ ਖੂਹੀ ਵੀ ਵਿਹੜੇ ਵਿੱਚ ਹੈ, ਮਤਾ ਡੁੱਬ ਨਾ ਮਰੇ। ਸੋ ਇਸ ਦੀ ਨਮਾਜ਼ ਰੱਬ ਨਹੀਂ ਕਬੂਲੀ। ਇਹ ਗੈਰ ਹਜ਼ੂਰੀ ਦੀ ਨਮਾਜ਼ ਸਾਈਂ ਨਾਲ ਮਖੌਲ ਕਰਨਾ ਹੈ। ਇਹ ਸੁਣ ਕੇ ਕਾਜ਼ੀ ਆਏ ਪੈਰੀ ਪਿਆ ਅਤੇ ਆਖਿਓ, ਵਾਹ ਵਾਹ ਇਸ ਕੋ ਖੁਦਾਏ ਕੀ ਨਿਵਾਜਿਸ਼ ਹੋਈ ਹੈ। ਤਬ ਕਾਜ਼ੀ ਪਤੀਨਾ ਤੇ ਸਤਿਗੁਰੂ ਨੇ ਇਲਾਹੀ ਨਾਦ ਕੀਤਾ, ਅਮਲ ਕਰ ਧਰਤੀ ਬੀਜ ਸਬਦੋ, ਕਰ ਸੱਚ ਕੀ ਆਬ ਨਿਤ ਦੇਹ ਪਾਣੀ, ਹੋਏ ਕਿਰਸਾਨ ਈਮਾਨ ਜਮਾਏ ਲੈ, ਭਿਸਤ ਦੋਜਕ ਮੁੜੇ ਏਵ ਜਾਣੀ, ਮਤ ਜਾਣ ਸਹਿ ਗਲੀ ਪਾਇਆ, ਮਾਲ ਕੈ ਮਾਣੇ ਰੂਪ ਕੀ ਸੋਭਾ, ਇਤ ਬਿਧੀ ਜਨਮ ਗਵਾਇਆ। ਰਹਾਉ। ਤਬ ਖਾਨ ਪੈਰੀ ਪਿਆ। ਲੋਕ ਹਿੰਦੂ ਮੁਸਲਮਾਨ ਖਾਨ ਨੂੰ ਲੱਗੇ ਆਖਣ, ਜੋ ਨਾਨਕ ਵਿੱਚ ਖੁਦਾਏ ਬੋਲਦਾ ਹੈ। ਗੱਲ ਕੀ ਨਵਾਬ ਨੇ ਗੁਰੂ ਨਾਨਕ ਦੀ ਤਾਲੀਮ ਸਵੀਕਾਰ ਕੀਤੀ, ਅਰਥਾਤ ਫੋਕੇ ਮਜ਼ਹਬ ਤੋਂ ਅਮਲੀ ਜੀਵਨ ਵਿੱਚ ਆਇਆ। ਆਖਣ ਲੱਗਾ, ਹੇ ਨਾਨਕ ਮੇਰਾ ਰਾਜ ਮਾਲ ਹੁਕਮ ਹਾਸਲ ਤੇਰਾ ਹੈ, ਪਰ ਗੁਰੂ ਜੀ ਨੇ ਰਹਿਣਾ ਪਸੰਦ ਨਾ ਕੀਤਾ। ਵਾਹਿਗੁਰੂ ਦਾ ਹੁਕਮ ਦੱਸਿਆ ਤੇ ਕਿਹਾ, ਸੰਸਾਰ ਦੁਖੀ ਹੈ, ਵਾਹਿਗੁਰੂ ਦੇ ਹੁਕਮ ਵਿੱਚ ਵਾਹਿਗੁਰੂ ਪ੍ਰੇਮ ਨਾਲ ਠੰਡ ਵਰਤਾਉਣ ਦੀ ਕਾਰ ਸਿਰੇ ਪਾਈ ਹੈ। ਸੋ ਟੁਰ ਹੀ ਖੜੇ ਹੋਏ। ਜਦ ਆਪ ਸੁਲਤਾਨਪੁਰੋਂ ਟੁਰੇ ਤਾਂ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਫਕੀਰਾਂ ਨੇ ਆ ਕੇ ਬਾਬੇ ਜੀ ਦੇ ਪੈਰ ਚੁੰਮੇ। ਹਿੰਦੂ ਮੁਸਲਮਾਨ ਸਭ ਸਲਾਮਾਂ ਕਰਨ ਆਣ ਖੜੋਤੇ। ਖਾਨ ਵੀ ਵਿਦਾ ਕਰਨ ਆਪ ਆਇਆ। ਸੋ ਕਾਜ਼ੀ ਨਵਾਬ ਤੇ ਸੁਲਤਾਨਪੁਰ ਦੇ ਫਕੀਰਾਂ ਨੂੰ ਜਿੱਤ ਕੇ ਵਾਹਿਗੁਰੂ ਰਾਜ ਦੀ ਅਮਲੀ ਰਈਅਤ ਬਣਾ ਕੇ ਗੁਰੂ ਬਾਬਾ ਹੁਣ ਚੜਿਆ ਸੋਧਣ ਧਰਤ ਲੁਕਾਈ। ਉੱਠ ਚਲੇ ਚਲੇ ਗੁਰੂ ਨਾਨਕ ਧਰਤੀ ਸੋਧਣ ਤਾਈਂ, ਸੋਧ ਸੋਧ ਇੱਕ ਨਗਰੀ ਆਏ ਸੱਜਣ ਵਸੇ ਜਿਥਾਈਂ, ਸਮਦਰਸੀ ਸੇਵਾਦਾ ਪ੍ਰੇਮੀ ਪਰਉਪਕਾਰੀ ਭਾਰੀ, ਠਾਕੁਰ ਦੁਆਰ ਮਸੀਤ ਬਣਾਈ ਸਭ ਦੀ ਕਰਦਾ ਦਾਰੀ। ਗੁਰੂ ਨਾਨਕ ਮਰਦਾਨਾ ਉੱਥੇ ਜਾ ਕੇ ਡੇਰੇ ਲਾਏ, ਉਸ ਵੀ ਸੇਵਾ ਪੁੱਜ ਕਮਾਈ ਆਦਰ ਦੇ ਅਧਿਕਾਏ। ਰਾਤ ਪਈ ਡੂੰਗੀ ਜਦ ਆਖੇ ਕਰੋ ਆਰਾਮ ਗੁਸਾਈ, ਗੁਰੂ ਕਹੇ ਪਲ ਠਹਿਰ ਪਿਆਰੇ ਲਈਏ ਰੱਬ ਧਿਆਈ। ਮਰਦਾਨੇ ਨੂੰ ਬੋਲੇ ਸਤਿਗੁਰੂ ਛੇੜੋ ਤੁਸੀਂ ਰਬਾਬਾ, ਨਾਦ ਇਲਾਹੀ ਕਿਤੋਨੇ ਆਪੇ ਗਾਵਿਆਂ ਅਰਸ਼ੀ ਬਾਬਾ। ਉੱਜਲ ਕੇਹਾ ਚਿਲਕਨਾ ਕੋਟਮ ਕਾਲੜੀ ਮਸ, ਨਾਦ ਨਾਲ ਪੰਗਰ ਇੱਕ ਆਈ ਸੱਜਣ ਵੀ ਪ੍ਰੰਗਰਾਇਆ। ਚਰਨੀ ਢੱਠਾ ਬੈਬਲ ਹੋਇਆ ਆਖੇ ਬਖਸ਼ ਖੁਦਾਇਆ, ਮੈਂ ਨਹੀਂ ਸਾਧ ਠੱਗ ਮੈਂ ਭਾਰੀ ਮਸਜਦ ਦੁਆਰਾ ਧੋਖਾ, ਮੂੰਹ ਬੰਦੇ ਘੁੱਟ ਘੁੱਟ ਮਾਰੇ ਲੁੱਟ ਲੁੱਟ ਝੁੱਗਾ ਚੋਖਾ। ਅੰਦਰ ਤੈ ਵਿੱਚ ਤੈ ਖਾਨਾ ਹੈ ਜਿੱਥੇ ਮਾਲ ਲੁਕਾਵਾਂ, ਧਨ ਲੁੱਟਾਂ ਮਾਲਾ ਹੱਥ ਰੱਖਾਂ ਮੈਂ ਫਕੀਰ ਦਿਸ ਆਵਾਂ। ਸੱਚ ਕਿਹਾ ਰੱਬ ਫਜ਼ਲ ਕਰੇਂਦਾ, ਗੁਰੂ ਨਾਨਕ ਜੀ ਬੋਲੇ, ਮਾਲ ਲਿਆ ਜੋ ਲੁੱਟ ਸਾਂਭਿਆ ਸੱਜਣ ਬੂਹੇ ਖੋਲੇ। ਸਤਿਗੁਰੂ ਕਹਿਣ ਲੁਟਾ ਦੇ ਸਾਰਾ ਰੱਬ ਰਾਹ ਤੇ ਦੇ ਦੇ,
ਦਿਲ ਦਾਮਨ ਦੋਵੇਂ ਹੱਥ ਧੋ ਲੈ, ਨਾਮ ਰੱਬ ਦਾ ਲੈ ਲੈ। ਲੁੱਟੀ ਦੌਲਤ ਸਭ ਦਿਵਾਈ, ਥੁੜਿਆਂ ਵਿੱਚ ਵੰਡਵਾਈ। ਡੇਰਾ ਢਾਹ ਮੈਦਾਨ ਕਰਾਇਆ, ਧਰਮਸਾਲ ਬਣਵਾਈ। ਨਾਮ ਤਰੀਕ ਗੁਰੂ ਤਦ ਕੀਤਾ, ਸ਼ਾਹੀ ਕਾਈ ਲਾਹੀ। ਨਾਮ ਨਿਵਾਸ ਹਿਰਦੇ ਵਿੱਚ ਕੀਤਾ, ਸੇਵਾ ਹੱਥ ਦਿਵਾਈ। ਪਹਿਲੀ ਧਰਮਸਾਲ ਗੁਰੂ ਬਾਬੇ ਇਸ ਥਾਂ ਤੇ ਬਣਵਾਈ। ਸੱਜਣ ਠੱਗ ਸਾਧ ਚਾ ਕੀਤਾ, ਪ੍ਰੇਮ ਫਤਿਹ ਇਉਂ ਪਾਈ। ਇਉਂ ਇੱਕ ਮਹਾਨ ਅਪਰਾਧੀ, ਪਾਪੀ ਤੇ ਜਗਤ ਦੇ ਦੁਖਦਾਈ ਦਾ ਕਸ਼ਟਦਾਤਾ ਗੜ੍ਹ ਤੋੜ ਕੇ ਉੱਥੇ ਧਰਮਸਾਲ ਰਚਾਈ ਤੇ ਉਸ ਆਦਮੀ ਨੂੰ ਪਾਪ ਰਾਜ ਤੋਂ ਫਤਿਹ ਕਰਕੇ ਸਾਈਂ ਦੇ ਪ੍ਰੇਮ ਰਾਜ ਦਾ ਸਿਪਾਹੀ ਬਣਾਇਆ। ਸ਼ੇਖ ਸ਼ਰਫ ਪਾਣੀਪਤ ਵਿੱਚ 14ਵੀਂ ਸਦੀ ਵਿੱਚ ਹੋਇਆ ਹੈ। ਗੱਦੀ ਦੇ ਮਗਰਲੇ ਬੈਠਣ ਵਾਲੇ ਅਕਸਰ ਪਹਿਲੇ ਨਾਮ ਤੇ ਕੁਏ ਜਾਂਦੇ ਹਨ। ਸ਼ੇਖ ਸ਼ਰਫ ਦਾ ਚੇਲਾ ਟਟਹੀਰੀ ਸ਼ੇਖ ਆਪਣੇ ਪੀਰ ਨੂੰ ਆਖਦਾ ਹੈ, ਦਾਤਾ ਜੀ ਅੱਜ ਮਰਦ ਦੇਖਿਆ ਰੰਗ ਨਿਰਾਲੇ ਵਾਲਾ। ਮੈਂ ਸਲਾਮ ਅਲੇਕ ਬੋਲਿਆ, ਉਹ ਬੋਲਿਆ ਖੁਸ਼ਹਾਲਾ। ਹੋ ਸਲਾਮ ਅਲੇਕ ਤਈ, ਹਾਂ ਹੋ ਸਲਾਮ ਆਲੇਖਾ। ਹਾਂ ਅਲੇਕ ਸਦਾ ਆਲੇਖੰ, ਆਲੇਖਾ ਆਲੇਖਾ। ਸ਼ਾਹ ਸ਼ਰਫ, ਉਮਰ ਗੁਜ਼ਰ ਚੱਲੀ ਹੈ ਸਾਡੀ, ਐਸਾ ਸਾਧ ਨਾ ਡਿੱਠਾ। ਲੈ ਚੱਲ ਉਸਦੇ ਦਰਸ਼ਨ ਕਰੀਏ, ਨਵਾਂ ਵਾਚੀਏ ਚਿੱਠਾ। ਸ਼ਰਫ, ਕਿੱਥੋਂ ਆਏ ਹੋ ਕਿਸ ਬਾਣੇ, ਮਜ਼ਹਬ ਤੁਹਾਡਾ ਕੀ ਹੈ। ਕੀ ਜੇਬਾ ਕੀ ਮੱਥੇ ਉੱਤੇ, ਕੀ ਅੰਦਰ ਕੀ ਜੀ ਹੈ। ਗੁਰੂ ਨਾਨਕ ਬੋਲੇ, ਜਿੱਥੇ ਰਾਤ ਵਤਨ ਉਹ ਸਾਡਾ, ਜਿਵ ਰੱਖੇ ਉਹ ਬਾਣਾ। ਜੇਬਾ ਨਾਮ ਰੱਬ ਦਾ ਵਸਦਾ, ਹਿਰਦੇ ਰੱਬ ਸਿਆਣਾ। ਲਿਵ ਲੱਗੇ ਜੇ ਨਾਲ ਉਸਦੇ, ਰੰਗ ਉਸਦੇ ਰਹੀਏ। ਇਉਂ ਮਰ ਕੇ ਜੇ ਜੀਵੇ ਹੋਈਏ, ਜੀਵਨ ਰਸ ਸਦ ਲਈਏ। ਗਗਨ ਮੰਡਲ ਵਿੱਚ ਨਾਦ ਇਲਾਹੀ, ਨਾਲ ਰੱਬ ਦੇ ਜੁੜੀਏ। ਜੁੜ ਕੇ ਇਉਂ ਫਿਰ ਨਹੀਂ ਵਿਛੜਨ, ਮਿਲਿਆ ਕਦੀ ਨਾ ਥੁੜੀਏ। ਕਵੀ ਪਾਣੀਪਤ ਦਾ ਸ਼ਾਹ ਸ਼ਰਫ ਸੁਣ ਪਾਣੀ ਪਾਣੀ ਹੋਇਆ। ਪੈਰ ਚੁੰਮ ਗੁਰੂ ਦੇ ਪੱਤ ਲੀਤੀ, ਸੁਖ ਅੰਮ੍ਰਿਤ ਦਿਲ ਚੋਇਆ। ਸ਼ਰਨ ਪਿਆ ਜੀਵਨ ਵਥ ਲੱਭੀ, ਹੋ ਸੁਭਾਗ ਕਰ ਮੁੜਿਆ। ਰਹਿਆ ਆਪ ਤਾਰਦਾ ਲੋਕਾਂ, ਫਿਰ ਨਾ ਸੰਸੇ ਰੁੜਿਆ। ਇਹ ਪਿਆਰੇ ਦੀ ਜਿੱਤ ਇੱਕ ਮੰਨੇ ਪਰਮੰਨੇ ਪੀਰ ਉੱਤੇ ਹੋਈ। ਐਦਾਂ ਹੀ ਇੱਕ ਪੰਡਤ ਨੂੰ ਜਿੱਤਿਆ ਜੋ ਬਾਣੀ ਉਸ ਪਰ ਥਾਏ ਹੋਈ। ਉਸ ਦਾ ਆਮ ਪ੍ਰਸਿੱਧ ਨਾਮ ਦੱਖਣੀ ਓਅੰਕਾਰ ਹੈ। ਪਰ ਸੰਗ ਪਿੱਛੇ ਇਸੇ ਪੁਸਤਕ ਦੇ ਵਿੱਚ ਬਨਾਰਸ ਪੰਡਤ ਚਤੁਰਦਾਸ ਦੇ ਸਿਰਲੇਖ ਹੇਠ ਆ ਚੁੱਕਾ ਹੈ। ਸਫ਼ਰ ਜਾਂਦੇ ਜਾਂਦੇ ਗੁਰੂ ਬਾਬੇ ਨੇ ਇੱਕ ਮਹਾਂਵਿਕਾਰੀ ਤੇ ਇੱਕ ਧਾੜਵੀਆਂ ਦੇ ਟੋਲੇ ਨੂੰ ਵਾਹਿਗੁਰੂ ਦੇ ਰਸਤੇ ਪਾਇਆ। ਇੱਥੋਂ ਆਮ ਅਸਾਮ ਪੁੱਜੇ। ਉੱਥੇ ਇੱਕ ਨੂਰਸ਼ਾਹ ਨਾਮੇ ਜਾਦੂਗਰ ਇਸਤਰੀ ਦਾ ਵਾਸਾ ਸੀ, ਜਿਸ ਦੇ ਜਾਦੂ ਟੂਣੇ ਤੰਤਰ ਮੰਤਰ ਸਾਰੇ ਪ੍ਰਸਿੱਧ ਸਨ। ਇਹਨਾਂ ਨੇ ਪਹਿਲਾਂ ਬੜੇ ਹੀਲਿਆਂ ਤੇ ਚਲਾਕੀਆਂ ਨਾਲ ਮਰਦਾਨੇ ਪਰ ਧਰਾਟਕ ਪਾ ਕੇ ਨਜ਼ਰਾਂ ਨਾਲ ਬੰਨਿਆ, ਜਿਸ ਨੂੰ ਅੱਜ ਕੱਲ੍ਹ ਕਹਿੰਦੇ ਹਨ ਕਿ ਮੈਸਮਰਿਜ਼ਮ ਜਾਂ ਹਿਪਨੋਟਿਜ਼ਮ। ਮਰਦਾਨੇ ਤੇ ਕਾਬੂ ਪਾ ਗੁਰੂ ਬਾਬੇ ਪਰ ਆਪਣੀ ਤੰਤਰ ਵਿਦਿਆ ਚਲਾਈ, ਪਰ ਕੁਝ ਪੇਸ਼ ਨਾ ਗਈ। ਬਹੁਤ ਤੇਰੇ ਜ਼ੋਰ ਲਾਏ ਥੱਕੇ। ਅਖੀਰ ਗੁਰੂ ਜੀ ਨੇ ਜਦ ਆਪਣੇ ਅਮੋਘ ਬਾਣ ਛੱਡੇ, ਤਦ ਨੂਰਸ਼ਾਹ ਸਮੇਤ ਸਭਨਾ ਸਤਿਗੁਰੂ ਦੀ ਸ਼ਰਨ ਲਈ। ਨਾਮ ਤਰੀਕ ਹੋਏ, ਅਰਥਾਤ ਵਾਹਿਗੁਰੂ ਨਾਮ ਜਪਣ ਲੱਗੇ। ਇਹ ਥਾਂ ਜੋ ਇੰਦਰਜਾਲ ਦਾ ਘਰ ਸੀ, ਫਿਰ ਵਾਹਿਗੁਰੂ ਦੇ ਪ੍ਰੇਮ ਦਾ ਪ੍ਰਚਾਰ ਦਾ ਉਸ ਦੇਸ਼ ਵਿੱਚ ਕੇਂਦਰ ਬਣਿਆ। ਇੱਥੋਂ ਫਿਰ ਕੇ ਅਨੇਕ ਲੋਕਾਂ ਨੂੰ ਤਾਰਦੇ ਇੱਕ ਟਿਕਾਣੇ ਆਏ, ਜੋ ਜਾਪਦਾ ਹੈ ਚਿੱਟਾ ਗਾਉਂ ਸੀ, ਜਿਸ ਨੂੰ ਹੁਣ ਚਿੱਟਾ ਗਾਂਗ ਕਹਿੰਦੇ ਹਨ, ਜਿੱਥੇ ਇੱਕ ਤਰਖਾਣ ਨਾਲ ਗੋਸ਼ਟ ਹੋਈ, ਜਿਸ ਦਾ ਨਾਉ ਝੰਡਾ ਸੀ। ਇਹ ਪੁਰਖ ਇਤਨਾ ਉੱਚਾ ਤੇ ਸੁੱਚਾ ਨਿਕਲਿਆ ਕਿ ਸਤਿਗੁਰੂ ਨੇ ਇਸ ਨੂੰ ਮੰਜੀ ਬਖਸ਼ੀ। ਇਸ ਥਾਵੇਂ ਰਾਜੇ ਤੇ ਉਸਦੇ ਭਾਣਜੇ ਆਦਿਕਾਂ ਨੂੰ 7 ਮਾਰਗ ਲਾਉਣ ਦੀ ਸਾਖੀ ਵੀ ਮਿਲਦੀ ਹੈ। ਸਾਰਿਆਂ ਨੂੰ ਰਾਮ ਰਾਜ ਵਿੱਚ ਸ਼ਾਮਲ ਕਰਕੇ ਝੰਡੇ ਦੀ ਅਗਵਾਨੀ ਵਿੱਚ ਛੱਡ ਕੇ ਗੁਰੂ ਬਾਬਾ ਜੀ ਅੱਗੇ ਵਿਦਾ ਹੋਏ। ਮਰਦਾਨਾ ਭਾਈ ਮਰਦਾਨਾ ਹੋਇਆ। ਮਰਦਾਨਾ ਬੋਲਿਆ, ਹੇ ਘੋਰ ਜੰਗਲ ਆ ਗਿਆ, 12 ਹੀ ਕੋ ਉਜਾੜ ਹੈ। ਨਾ ਦਿਸਦੀ ਹੈ ਵਸਦੀ, ਇਕੱਲੀ ਖੜੀ ਮੂੰਹ ਪਾੜ ਹੈ। ਸਾਹ ਡੂਮ ਟੁੱਕਰ ਮੰਗਦਾ, ਨਿਜ ਪੇਟ ਸਾਮੈ ਪਾਲਦਾ। ਉਸ ਹਾਲ ਤੋਂ ਵੰਜਾਇਆ, ਦੁੱਖ ਭੁੱਖ ਮੈਂ ਹਾਂ ਜਾਲਦਾ। ਇਹ ਭੁੱਖ ਦਾ ਦੁੱਖ ਬੁਰਾ ਲੋਕੋ, ਹੱਟੇ ਤਾਂ ਹੀ ਜੀਵੀਏ। ਬਿਨ ਦਏ ਝੁਲਕਾ ਪੇਟ ਜ਼ਾਲਮ, ਕਿਵੇਂ ਨਾਹੇ ਮਨੀਵੀਏ। ਹੁਣ ਸ਼ੀ ਬੁੱਕੇ ਜੇ ਜੰਗਲੋ, ਪਾੜ ਆਖਾ ਜਾਏਗਾ। ਤੇ ਕੌਣ ਮੇਰੀ ਵਿਥਿਆ ਘਰ ਮੈਂਡੜੇ ਪਹੁੰਚਾਏਗਾ। ਗੁਰੂ ਨਾਨਕ ਜੀ ਫਰਮਾਇਆ, ਦਿਲਗੀਰ ਹੋ ਨਾ ਸੱਜਣਾ, ਘਬਰਾ ਰਤਾ ਨਾ ਪਿਆਰਿਆ। ਨੈ ਪਾਸ ਤੇਰੇ ਆਏ ਕੋਈ, ਆਏ ਜਾਸੀ ਮਾਰਿਆ। ਨਾ ਵਿੱਚ ਉਜਾੜਾ ਅਸੀਂ ਹਾਂ, ਮਰਦਾਨਿਆਂ ਇਹ ਵਸਤੀਆਂ। ਹੈ ਨਾਮ ਜਿੱਥੇ ਰੱਬ ਵਾਲਾ, ਸੱਚੀਆਂ ਉਹ ਬਸਤੀਆਂ। ਫੜ ਲੈ ਰਬਾਬਾ ਸੁਰ ਕਰੀ, ਸੰਭਾਲ ਕਰ ਲੈ ਨਾਦ ਦੀ। ਲਾ ਰੰਗ ਸੱਚੀ ਸਿਫਤ ਦਾ, ਹੋ ਮੋਜ ਸੱਚ ਵਿਸਮਾਦ ਦੀ। ਮਰਦਾਨਾ
ਗਲ ਮਿਲ ਗਿਆ ਹੈ ਭੁੱਖਿਆਂ, ਤਨ ਰੱਗਾ ਸੱਬੇ ਸੁੱਕੀਆਂ, ਤੇ ਉਂਗਲਾਂ ਵਿੱਚ ਤਾਣ ਨਾਹੀਂ, ਆਂਦਰਾਂ ਮੈਂ ਭੁੱਖੀਆਂ। ਗੁਰੂ ਨਾਨਕ ਚੱਲ ਪਰਤ ਪਿੱਛੇ ਚੱਲੀਏ, ਬਸਤੀ ਕੋਈ ਚਾਹ ਢੋਲੀਏ, ਕੁਛ ਅੰਨ ਦਾਣਾ ਲੱਭੀਏ, ਮੂੰਹ ਚੱਲ ਤੇਰਾ ਝੋਲੀਏ। ਮਰਦਾਨਾ ਹੈ ਤਾਣ ਜੰਗਾ ਵਿੱਚ ਨਾ, ਮੈਂ ਟੁਰਨ ਜੋਗਾ ਨਾ ਰਿਹਾ, ਹੈ ਸੰਗ ਮਿਲਦਾ ਜਾਵਦਾ, ਮੈਂ ਮੌਤ ਦੇ ਮੂੰਹ ਜਾ ਰਿਹਾ। ਗੁਰੂ ਨਾਨਕ ਹੇ ਭੋਲਿਆ ਮਰਦਾਨਿਆ, ਮੈਂ ਮਰਨ ਤੈਨੂੰ ਦਿਆ ਨਾ, ਜੇ ਮੌਤ ਆਈ ਹੋੜ ਸਾਂ, ਇਉ ਟੁਰਨ ਤੈਨੂੰ ਦਿਆ ਨਾ। ਹੁਸ਼ਿਆਰ ਹੋ ਜਾ ਯਾਰ ਸਾਡੇ, ਵਤਨ ਦਿਓ ਬੇਲੀਆ, ਇੱਕ ਵਾਰ ਹੰਬਲਾ ਹੋਏ ਤਕੜਾ, ਚਿਰਾਂ ਦਿਓ ਮੇਲੀਆ। ਮਰਦਾਨਾ ਹੁਣ ਹੋਰ ਆਸੰਗ ਹੈ ਨਹੀਂ, ਹੁਸ਼ਿਆਰ ਕੀ ਮੈਂ ਹੋਵਣਾ, ਹੈ ਢਿੱਡ ਡਾਬ ਲੈ ਰਿਆ, ਉਹ ਰੋਵਦਾ ਮੈਂ ਰੋਵਣਾ। ਗੁਰੂ ਨਾਨਕ ਲੈ ਦੇ ਝੁਲਕਾ ਫਲਾਂ ਦਾ, ਕੁਛ ਖਾਏ ਆਸਾ ਬੰਨ ਲੈ, ਪਰ ਖਾਏ ਥੋੜੇ ਜੋੜ ਨਾਹੀਂ, ਵਕਤ ਔਖਾ ਸੰਨ ਲੈ। ਮਰਦਾਨਾ ਸੁਹਾਣ ਤੇਰੀ ਭਗਤ ਨੂੰ, ਕੁਦਰਤ ਤੇਰੀ ਸੁਹਾਣ ਹੈ, ਕਰਦੇ ਅਸਾਂ ਨੂੰ ਵਿਦਾ ਗੁਰਜੀ, ਇਹ ਅਸਾਂ ਕਲਿਆਣ ਹੈ। ਗੁਰੂ ਨਾਨਕ ਮੈਂ ਖੁਸ਼ੀ ਤੈ ਪਰ ਬਹੁਤ ਹਾਂ, ਤੂੰ ਮੰਗਦਾ ਕਿਉਂ ਹੈ ਵਿਦਾ, ਤੂੰ ਸੁਖੀ ਹੋ ਰਹਿ ਨਾਲ ਸਾਡੇ ਰੋ ਸਦਾ। ਮਰਦਾਨਾ ਸੁਹਾਣ ਤੇਰੀ ਖੁਸ਼ੀ ਨੂੰ, ਐਪਰ ਕਰੋ ਹੁਣ ਅਲਵਿਦਾ, ਮੈਂ ਜਾਵਣਾ ਹੈ ਘਰਾਂ ਨੂੰ, ਹੁਣ ਵਸਣਾ ਹੈ ਘਰ ਸਦਾ। ਗੁਰੂ ਨਾਨਕ ਰਹਿ ਜਾਏ ਸਾਡੇ ਨਾਲ ਮਿੱਤਰਾ, ਦੱਸ ਕੋਈ ਜੁਗਤ ਹੈ, ਜਿਸ ਜੁਗਤ ਕਰਕੇ ਹੋ ਨਾ ਦੁਖੀਆ, ਦੱਸ ਕੋਈ ਉਕਤ ਹੈ। ਮਰਦਾਨਾ ਹਾਂ ਜੁਗਤ ਹੈ ਇੱਕ ਜਗਤ ਗੁਰੂ ਜੀ, ਕਰੋ ਜੇਕਰ ਰੱਬ ਜੀ, ਜੀ ਗੁਆ ਦਿਓ ਇਹ ਭੁੱਖ ਮੇਰੀ, ਭੁੱਖ ਜਾਵਾਂ ਚੱਬ ਜੀ। ਜੋ ਕਰੋ ਆਪ ਆਹਾਰ ਸਤਿਗੁਰੂ, ਉਹ ਮੇਰਾ ਆਹਾਰ ਹੋ, ਮੈਂ ਜਾਤ ਨੀਵੀ ਭੁੱਖ ਵਾਲਾ, ਤੁਸੀਂ ਬਖਸ਼ਣਹਾਰ ਹੋ। ਔਗੁਣ ਚਿਤਾਰੋ ਨਾ ਕਦੀ, ਭੁੱਲਾਂ ਤਕਾਵੋ ਜੇ ਨਹੀਂ, ਭੋਜਨ ਖੁਆਵੋ ਉਹ ਕਦੀ, ਜੋ ਆਪ ਖਾਂਦੇ ਹੋ ਸਹੀ। ਜਿਸ ਆਸਰੇ ਹੋ ਆਪ ਰਹਿੰਦੇ, ਬਿਨਾਂ ਖਾਦੇ ਰੱਜਿਆਂ, ਉਹ ਆਸਰੇ ਕਰ ਦਿਓ ਮੈਨੂੰ, ਰਹਾਂ ਮੈਂ ਵੀ ਰੱਜਿਆਂ। ਜਾਂ ਭੁੱਖ ਛਟਵੀਂ ਰਾਤ ਦੀ, ਮੇਰੀ ਗੁਰੂ ਜੀ ਲੈ ਲਓ, ਦੇ ਦਿਓ ਢੱਕਣ ਢਿੱਡ ਮੇਰੇ, ਸਬਰ ਮੈਨੂੰ ਦੇ ਦਿਓ। ਜੇ ਆਪਣੇ ਆਹਾਰ ਮੈਨੂੰ ਆਪ ਨੇ ਨਹੀਂ ਪਾਲਣਾ, ਦੇ ਦਿਓ ਛੁੱਟੀ ਡੂਮ ਨੂੰ, ਮੱਲੇ ਏ ਜਾ ਨਿਜ ਆਲਣਾ। ਗੁਰੂ ਨਾਨਕ ਤੂੰ ਡੂਮ ਨਹੀਂ ਹੈ ਰਿਹਾ ਪਿਆਰੇ, ਰੱਬ ਪਿਆਰਾ ਹੋ ਗਿਆ, ਤੂੰ ਗੋਤ ਅਚੁੱਤ ਹੋ ਗਿਆ, ਤੇ ਜਨਮ ਪਿਛਲਾ ਖੋ ਗਿਆ। ਦੁੱਖ ਭੁੱਖ ਤੇਰੀ ਮਿਟ ਗਈ, ਰਸ ਨਾਮ ਤੇਰੇ ਧਸ ਗਿਆ, ਉਹ ਰੱਬ ਖਾਲਕ ਖਲਕ ਦਾ ਹੈ, ਹਿਰਦੇ ਤੇਰੇ ਵਸ ਗਿਆ। ਹੁਣ ਰਹੇਗਾ ਆਧਾਰ ਪਾਈ, ਨਾਮ ਦਾ ਤੈ ਅੰਦਰੇ, ਉਹ ਮਿਲੇ ਭੋਜਨ ਅਰਸ਼ ਦਾ, ਜੋ ਆਵਦਾ ਮੈਂ ਅੰਦਰੇ। ਕਵੀ ਸੁਣ ਕੇ ਉਹ ਭਾਈ ਹੋ ਗਿਆ, ਪੈਰਾਂ ਤੇ ਟੱਠਾ ਰੋਏ ਕੇ, ਉਸ ਗੁਰੂ ਦੇ ਉਹ ਕਦਮ ਪਿਆਰਾ, ਚੁੰਮਦਾ ਦਿਲ ਧੋਏ ਕੇ। ਹੋ ਗਈ ਸੋਝੀ ਅਗਮ ਦੀ, ਉਹ ਨਿਗਮ ਰੱਬੀ ਵਾਚਦਾ, ਸੁਖ ਸੁਰਤ ਉੱਚੀ ਵਾਲੜੇ, ਹਿਰਦੇ ਵਿਖੇ ਸੀ ਝਾਕਦਾ। ਸੋਚਾਂ ਦਿਲੋਂ ਉੱਠ ਨੱਠੀਆਂ, ਫਿਕਰਾਂ ਦੇ ਬੋਝੇ ਤੁਰ ਗਏ, ਦਿਲ ਨਿਖਰਿਆ ਆਕਾਸ਼ ਜਿਉਂ, ਖੇੜੇ ਸੋ ਅੰਦਰ ਭਰ ਗਏ। ਫਿਰ ਰੋਵਦਾ ਤੇ ਆਖਦਾ ਮੈਂ ਬੜਾ ਔਗੁਣਹਾਰ ਹਾਂ, ਹਾਂ ਢੀਠ ਬੋਲਾ ਸਾਹਮਣੇ, ਬੇਅਦਬ ਪਰ ਵਿੱਚ ਪਿਆਰ ਹਾਂ। ਹੈ ਧੰਨ ਨਾਨਕ ਗੁਰੂ ਤੂੰ, ਜੋ ਮੈਂ ਜਿਹਾ ਤੂੰ ਬਖਸ਼ਦਾ, ਮੈਂ ਬਾਲ ਵਾਂਗੂ ਜਿੱਦਾਂ ਕਰਦਾ, ਪੂਰਦਾ ਪਰ ਤੂੰ ਸਦਾ। ਤੂੰ ਧੰਨ ਨਾਨਕ ਗੁਰੂ ਪੂਰਾ, ਧੰਨ ਤਾਰਨ ਹਾਰ ਹੈ, ਤੂੰ ਧੰਨ ਰੱਖਣ ਹਾਰ ਬਾਬਾ, ਨੀਵਿਆਂ ਦਾ ਯਾਰ ਹੈ। ਇਸ ਤਰ੍ਹਾਂ ਆਪਣੇ ਲਾੜਾ ਲਾਏ ਨੂੰ ਆਤਮ ਅਵਸਥਾ ਦੀ ਉਚਾਈ ਦੇ ਸ਼ਿਖਰ ਪਹੁੰਚਾ ਕੇ ਗੁਰੂ ਬਾਬਾ ਜੀ ਹੁਣ ਦੇਸ਼ ਵੱਲ ਨੂੰ ਟੁਰੇ। ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸ਼ਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।